ਤਿਨ ਜਨ ਲੈ ਹਿਰਦੈ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ। ਗੁਰ ਬਚਨੀ ਸਹਜੇ ਚਾਖੀ। ਤਹ ਭਇਆ ਪ੍ਰਗਾਸ ਗੁਰਮੁਖ ਜਨ ਚਾਖੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਨਿਰਭੈ ਹੋਏ ਕੈ ਗੁਣ ਰਵੈ। ਜਤ ਪੇਖੋਂ ਤਤ ਸੋਏ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਨਿਰਭੈ ਹੋਏ ਕੈ ਗੁਣ ਰਵੈ। ਜਤ ਪੇਖੋਂ ਤਤ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਦੋ ਜਹਾਨ ਸਰਵਰੇ ਕਾਇਨਾਤ। ਮੁਜਸਮੈ ਆਬੇ ਹਯਾਤ। ਮਿਹਰਬਾਨ ਪ੍ਰੀਤਵਾਨ ਦਇਆਵਾਨ ਕਲਾਵਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਸਤਸੰਗੀ ਜਨੋਂ ਵਡਭਾਗੇ ਹੋ ਜੋ ਸੰਧਿਆ ਦੇ ਦੀਵਾਨ ਦੇ ਵਿੱਚ ਮਨ ਬਚਨ ਕਰਮ ਦੁਆਰਾ ਗੁਰੂ ਕੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਇੱਥੇ ਬੈਠਣ ਦਾ ਇੱਕ ਮਕਸਦ ਹੈ। ਗੁਰਦੁਆਰੇ ਆਉਣ ਦਾ ਇੱਕ ਮਕਸਦ ਹੈ। ਉਹ ਮਕਸਦ ਹੈ ਸੋਝੀ ਪ੍ਰਾਪਤ ਕਰਨੀ, ਗਿਆਨ ਪ੍ਰਾਪਤ ਕਰਨਾ, ਤਾਂ ਕਿ ਉਸ ਗਿਆਨ ਦੇ ਦੁਆਰਾ ਅਸੀਂ ਜੀਵਨ ਦੇ ਮਾਰਗ 'ਤੇ ਤੁਰ ਸਕੀਏ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਬਿਨਾਂ ਗਿਆਨ ਦੇ ਮਨੁੱਖ ਇੱਕ ਪੁਲਾਂਘ ਵੀ ਨਹੀਂ ਪੁੱਟ ਸਕਦਾ, ਇੱਕ ਕਦਮ ਵੀ ਨਹੀਂ ਤੁਰ ਸਕਦਾ। ਜਾਂ ਕਿਸੇ ਦੇ ਕੋਲ ਨੈਵੀਗੇਸ਼ਨ ਹੋਵੇ, ਜਾਂ ਕਿਸੇ ਨੂੰ ਮੈਪ ਦੇਖਣਾ ਆਉਂਦਾ ਹੋਵੇ, ਜਾਂ ਕਿਸੇ ਨੂੰ ਰਸਤੇ ਦੇ ਬਾਰੇ ਪਤਾ ਹੋਵੇ, ਉਹੀ ਕਿਤੇ ਜਾ ਸਕਦਾ ਹੈ। ਅਨਿਆਥਾ ਕਿਤੇ ਵੀ ਜਾਣਾ ਬੜਾ ਮੁਸ਼ਕਲ ਹੈ। ਤੇ ਇਹ ਜਿਹੜੀ ਯਾਤਰਾ ਹੈ ਸਾਡੀ ਗੁਰੂ ਪਿਆਰ ਵਾਲਿਓ, ਇਹ ਪ੍ਰੀਤਮ ਦੇ ਦੇਸ਼ ਦੀ ਹੈ। ਹੁਣ ਪ੍ਰੀਤਮ ਦੇ ਦੇਸ਼ ਦੀ ਯਾਤਰਾ ਗੱਲਾਂ ਦੇ ਨਾਲ ਨਹੀਂ ਹੋ ਸਕਦੀ। ਇਹਦੇ ਵਾਸਤੇ ਗਿਆਨ ਚਾਹੀਦਾ ਹੈ। ਗਿਆਨ ਲੈਣ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਗੁਰੂ ਸਾਨੂੰ ਗਿਆਨ ਰੂਪੀ ਸੁਰਮਾ ਦਿੰਦਾ ਹੈ। ਜਿਸ ਗਿਆਨ ਰੂਪੀ ਸੁਰਮੇ ਦੇ ਨਾਲ ਸਾਡੇ ਹਿਰਦੇ ਰੂਪੀ ਨੇਤਰ ਜਿਹੜੇ ਹਨ ਉਹ ਸਜਗ ਹੋ ਜਾਂਦੇ ਹਨ, ਅਲਰਟ ਹੋ ਜਾਂਦੇ ਹਨ, ਦੇਖਣ ਦੇ ਯੋਗ ਹੋ ਜਾਂਦੇ ਹਨ। ਸਾਡੇ ਜੀਵਨ ਦੀ ਇੱਕ ਇੱਕ ਸਮੱਸਿਆ ਨੂੰ ਬਾਣੀ ਸਾਡੇ ਸਾਹਮਣੇ ਰੱਖਦੀ ਹੈ। ਬਾਬਾ ਕਬੀਰ ਜੀ ਦੇ ਵਚਨ ਅਸੀਂ ਸਾਂਝੇ ਕਰ ਰਹੇ ਹਾਂ। ਜੋ ਅੱਜ ਦਾ ਸ਼ਲੋਕ ਆਪ ਜੀ ਨੇ ਸੁਣਿਆ, ਤੁਸੀਂ ਬੜੀ ਵਾਰੀ ਸੁਣਿਆ ਹੋਵੇਗਾ। ਇਹ ਸ਼ਲੋਕ ਗਹੁਜ ਭਾਵ ਰੱਖਦਾ ਹੈ। ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ। ਕਬੀਰ ਸਾਹਿਬ ਕਹਿੰਦੇ ਕੋਈ ਇੱਕ ਅੱਧਾ ਹੀ ਬੰਦਾ ਹੋਵੇਗਾ ਲੱਖਾਂ ਕਰੋੜਾਂ ਦੇ ਵਿੱਚੋਂ ਜਿਹੜਾ ਜਿੰਦਾ ਹੀ ਮੁਰਦਾ ਹੋਵੇਗਾ। ਸੱਚ ਹੈ, ਸ਼ਾਇਦ ਐਸਾ ਆਦਮੀ ਤੁਸੀਂ ਨਾ ਦੇਖਿਆ ਹੋਵੇ ਜੋ ਜਿੰਦਾ ਵੀ ਹੋਵੇ ਤੇ ਮੁਰਦਾ ਵੀ ਹੋਵੇ। ਅਸੀਂ ਜਿਹੜੇ ਸਰੀਰ ਤੁਰਦੇ ਫਿਰਦੇ ਦੇਖਦੇ ਹਾਂ ਨਾ ਗੁਰੂ ਪਿਆਰ ਵਾਲਿਓ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸਰੀਰ ਹਨ ਇਹ ਵਾਕਿੰਗ ਡੈਡ ਬਾਡੀਜ਼ ਹਨ। ਧਿਆਨ ਦੇ ਨਾਲ ਸੁਣਨਾ, ਤੁਰਦੀਆਂ ਫਿਰਦੀਆਂ ਲਾਸ਼ਾਂ ਹਨ। ਇਹ ਮੈਂ ਨਹੀਂ ਕਹਿ ਰਿਹਾ, ਬਾਣੀ ਕਹਿ ਰਹੀ ਹੈ।
पिता गुरु तेग बहादुर जी महाराज दे वचन सुनो। निस दिन माया कारने प्राणी डोलत नीत, कोटन में नानक को नारायण जह चीत। गुरु तेग बहादुर जी महाराज कहते करोड़ों ਦੇ ਵਿੱਚੋਂ ਕੋਈ ਐਸਾ ਹੈ ਜੋ ਆਪਣਾ ਚਿੱਤ ਨਿਰੰਕਾਰ ਦੇ ਨਾਲ ਲਾ ਕੇ ਰੱਖਦਾ ਹੈ। ਅਨਿਥਾ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। हर रोज पता नहीं कितने प्राणी माया दे कारण, संसार विच जीन दे कारण, माया का बहुत विस्तार रूप है। माया केवल ये पैसा ही नहीं है, हर वो चीज़ जो सानू परमात्मा तो दूर ले जाती है वो माया है। माया नाम है भरम दा, ते भरम दे अंदर पता नहीं कितने लोग जिहड़े हन डोलते हैं। जिहड़ा डोलदा है वो मुर्दा है, ਜਿਹੜਾ ਡੋਲ ਜਾਂਦਾ ਹੈ ਉਹ ਮੁਰਦਾ ਹੈ। ਅਸੀਂ ਕਹਿੰਦੇ ਹਾਂ ਕਿ ਫਲਾਣੇ ਦੀ ਜਿਹੜੀ ਕੌਨਸ਼ੀਅਸ ਹੈ ਨਾ ਉਹ ਡੈਡ ਹੋ ਚੁੱਕੀ ਹੈ। ਅਸੀਂ ਆਮ ਸ਼ਬਦ ਵਰਤਦੇ ਹਾਂ, ਕਿਸੇ ਵੇਲੇ ਅਸੀਂ ਇਹ ਵੀ ਸ਼ਬਦ ਵਰਤਦੇ ਹਾਂ ਮੇਰੀ ਆਤਮਾ ਨਹੀਂ ਮੰਨਦੀ, ਕਿ ਮੇਰੀ ਆਤਮਾ ਮਰਨ ਦੇ ਵਾਸਤੇ ਤਿਆਰ ਨਹੀਂ, ਮੇਰੀ ਆਤਮਾ ਝੂਠ ਬੋਲਣ ਦੇ ਵਾਸਤੇ ਤਿਆਰ ਨਹੀਂ। ਪਰ ਗੁਰੂ ਪਿਆਰ ਵਾਲਿਓ, ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਚਨ ਕੋਈ ਕਰੋੜਾਂ ਦੇ ਵਿੱਚੋਂ ਇੱਕ ਹੈ जिन्हें अपना चित्त उस परमात्मा दे नाल लाया होया है। हुण चित्त परमात्मा दे नाल किस तरह लगेगा? जदों मनुख पदार्थां दे वल्लों अपने आप नूं मार लवेगा, पदार्थां दे रस तो उपर चला जावेगा। रोटी, कपड़ा अते मकान साडी बेसिक लोड़ है और इस बेसिक जरूरत नूं भगतां ने बाणी दे अंदर ਜ਼ਾਹਰ ਕੀਤਾ और परमात्मा दे कोलों बड़े मान दे नाल मंगिया है। दाल सीधा मांगो कियो, हमरा खुशी करे नित जियो। पनिया छादन नीका, अनाज मांगो सत सीका। गौ भैंस मांगो लावेरी, एक ताजन तुरी चंगेरी। घर की गीहन चंगी, जन धना लेवै मंगी। जदों आरता करते हैं गोपाल तेरा आरता, जो जन तुमरी भगत करन ते तिनके काज सवारता। भगतां ने सब कुछ मंगिया है। ये बेसिक नीड्स हैं जो कि साडे शरीर की पूर्ति लई हैं। पर जदों मनुख तृष्णा के घेरे विच आ जाता है, जिन्हों गुरदेव कहते कोट जोरे लाख करोरे, मन ना हो रहा परे परे ही को लूजी है। जब मनुख की बिरती लालची हो जाती है, मनुख ग्रेडी हो जाता है। लालची होया मनुख क्रोधी भी हो जाता है। लालची मनुख दियां कामनावां भी वधदियां हन, उहदियां वासनावां वधदियां हन, उहदे अंदर दा क्रोध वधदा, उहदे अंदर दी अटैचमेंट वधदी है। ते अटैचमेंट दे बारे बाणी कहती है कि कबीर दावे दाजन होत है, निर्दावे रहे निसंक। आंदा कहता मेरी है, जदों कहता ना मेरी है उदों इंसान जिंदा नहीं है, तुरदा फिरदा ते है, कंमकार भी करता है, पहनदा खांदा भी है, समाज दे विच विचरदा भी है, पर जिंदा नहीं है। अंदरों भाव मरिया होया है। आत्मा लालची है, आत्मा वासनावां दे नाल भरी हुई है। ताही पिता गुरदेव नूं कहना पिया निस दिन माया कारने प्राणी डोलत नीत। कोई करोड़ों दे विचों एक है जो परमात्मा दा नाम जपदा, जो जिंदा है, जो जीवत भाव दे विच है। अन्यथा दुनिया तुरदी फिरदी है पर आत्मा मरी हुई है। गुरदेव दे बड़े प्यारे बचन हैं, चिंतत ही दिसै सब कोए, चेते एक तही सुख होए। चिंता दे विच गरसे हुए सारे लोग दिखते हैं, दुखी हैं, पर सुखी कौन है? जो एक परमात्मा नूं चेते करदा है। इसलिए गुरु प्यारा वालों, कबीर साहब कहते कबीर ऐसा एक औध
ਜੋ ਜੀਵਤ ਮ੍ਰਿਤਕ ਹੋਏ, ਜੋ ਜਿੰਦਾ ਵੀ ਹੈ ਤੇ ਮਰਿਆ ਹੋਇਆ ਵੀ ਹੈ। ਕਬੀਰ ਦੀ ਮਾਂ ਹੀ ਕਬੀਰ ਨੂੰ ਮਿਹਣਾ ਮਾਰਦੀ ਹੈ, ਜਬ ਤੇ ਮਾਲਾ ਲਈ ਨਪੁੱਤੇ। ਜਦ ਇਸ ਨਪੁੱਤੇ ਨੇ ਮਾਲਾ ਲਈ ਹੈ ਨਾ, ਤਦ ਇਹ ਕੋਈ ਕੰਮ ਨਹੀਂ ਕਰਦਾ, ਤਦ ਕੋਈ ਕੰਮ ਨਹੀਂ ਕਰਦਾ, ਕੰਮ ਧੰਦਾ ਛੱਡ ਦਿੱਤਾ ਹੈ। ਤਾਣਾ ਬੁਣਨਾ ਸਭ ਤਜਿਓ ਹੈ, ਕਬੀਰ ਹਰ ਕਾ ਨਾਮ ਲਿਖ ਲਿਓ ਹੈ ਸ਼ਰੀਰ। ਕਹਿੰਦੇ ਮਨੁੱਖ ਨੇ, ਕਬੀਰ ਸਾਹਿਬ ਨੇ ਤਾਣਾ ਬੁਣਨਾ ਬੰਦ ਕਰ ਦਿੱਤਾ ਹੈ। ਕਬੀਰ ਸਾਹਿਬ ਨੇ ਤਾਣਾ ਬੁਣਨਾ ਬੰਦ ਨਹੀਂ ਕੀਤਾ, ਖੱਡੀ ਤੇ ਨਿਰੰਤਰ ਕੰਮ ਕਰਦੇ ਸਨ। ਪਰ ਇੱਥੇ ਤਾਣਾ ਬਾਣਾ ਕੀ ਹੈ? ਕੌਨਸਪਰੇਸੀ, ਛੜਯੰਤਰ, ਜਿਹੜਾ ਅਸੀਂ ਬਾਈ ਹੁੱਕ ਔਰ ਕਰੁੱਕ ਸਮਾਜ ਦੇ ਅੰਦਰ ਵਿਚਰਦੇ ਹਾਂ। ਜਿਸ ਤਰ੍ਹਾਂ ਬੜੇ ਉਦਾਹਰਨ ਨੇ ਸਾਡੇ ਕੋਲ, ਕੋਈ ਵੀ ਕੰਟਰੈਕਟ ਲੈਣਾ ਹੈ, ਉਹਦੇ ਵਾਸਤੇ ਫਾਈਲ ਭਰੀ ਜਾਂਦੀ ਹੈ, ਲੋਕ ਉਹਨੂੰ ਸਬੋਤਾਜ ਕਰਦੇ ਹਨ। ਇਹ ਬਾਈ ਹੁੱਕ ਔਰ ਬਾਈ ਕਰੁੱਕ ਹੈ, ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦਾ ਤਰੀਕਾ। ਇਹਨੂੰ ਕਹਿੰਦੇ ਕੌਨਸਪਰੈਸੀ, ਛੜਯੰਤਰ, ਤਾਣਾ ਬੁਣਨਾ, ਕਿਸੇ ਚੀਜ਼ ਨੂੰ ਧੋਖੇ ਦੇ ਨਾਲ ਹਾਸਲ ਕਰਨਾ। ਕਬੀਰ ਸਾਹਿਬ ਨੇ ਇਹ ਸਾਰੇ ਕੰਮ ਬੰਦ ਕਰ ਦਿੱਤੇ ਸਨ। ਉਹ ਕਹਿੰਦੇ ਨਹੀਂ, ਮੈਂ ਇਹ ਕੰਮ ਨਹੀਂ ਕਰਾਂਗਾ, ਮੈਂ 10 ਦੀ ਕਿਰਤ ਕਰਾਂਗਾ, ਮੈਂ ਆਪਣੇ ਬੱਚੇ ਜ਼ਰੂਰ ਪਾਲਾਂਗਾ, ਬੱਚਿਆਂ ਨੂੰ ਪੜ੍ਹਾਵਾਂਗਾ। ਅਸੀਂ ਗੁਰੂ ਪਿਆਰ ਵਾਲਿਓ, ਅੱਜ ਅਸੀਂ ਕਹਿ ਦਿੰਦੇ ਹਾਂ ਕੀ ਕਰੀਏ, ਬਾਲ ਬੱਚੇਦਾਰ ਹਾਂ, ਕਰਨਾ ਹੀ ਪੈਂਦਾ ਹੈ। ਕਿਸੇ ਬੰਦੇ ਨੂੰ ਕਹੋ ਕਿ ਭਾਈ ਤੂੰ ਬਰਾਈਬ ਨਾ ਲਿਆ ਕਰ, ਉਹ ਕਹੇਗਾ ਬਾਲ ਬੱਚੇਦਾਰ ਹਾਂ, ਕੀ ਕਰੀਏ ਜੀ, ਜੇ ਬਰਾਈਬ ਨਹੀਂ ਲਵਾਂਗੇ ਤੇ ਫਿਰ ਬੱਚੇ ਕਿੱਦਾਂ ਪਾਲਾਂਗੇ। ਬੜਾ ਵਧੀਆ ਐਕਸਕਿਊਜ਼ ਹੈ ਬੰਦੇ ਕੋਲ, ਪਰ ਇਹ ਬੜਾ ਲੇਮ ਐਕਸਕਿਊਜ਼ ਹੈ, ਲੰਗੜਾ ਬਹਾਨਾ ਹੈ। ਸਭ ਤੋਂ ਵਧੀਆ ਚੀਜ਼ ਕੀ ਹੈ? ਬੱਚਿਆਂ ਵਾਸਤੇ ਮਹਿਲ ਮਾੜੀਆਂ ਬਣਾਉਣ ਦੀ ਲੋੜ ਨਹੀਂ, ਉਹਨਾਂ ਵਾਸਤੇ ਮਹਿੰਗੀਆਂ ਗੱਡੀਆਂ ਖਰੀਦਣ ਦੀ ਲੋੜ ਨਹੀਂ। ਉਹਨਾਂ ਨੂੰ ਐਜੂਕੇਟ ਕਰ ਦੇਵੋ, ਉਹਨਾਂ ਨੂੰ ਪੜ੍ਹਾ ਦੇਵੋ, ਗੱਡੀਆਂ ਆਪੇ ਬਣਾ ਲੈਣਗੇ, ਮਕਾਨ ਆਪੇ ਬਣਾ ਲੈਣਗੇ। ਬੱਚਿਆਂ ਵਾਸਤੇ ਮਕਾਨ ਬਣਾਉਣ ਦੇ ਵਾਸਤੇ, ਉਹਨਾਂ ਨੂੰ ਸੁੱਖ ਸਹੂਲਤਾਂ ਦੇਣ ਵਾਸਤੇ ਜ਼ਮੀਰ ਨੂੰ ਵੇਚਣ ਦੀ ਲੋੜ ਨਹੀਂ, ਆਪੇ ਨੂੰ ਮਾਰਨ ਦੀ ਲੋੜ ਨਹੀਂ, ਆਪੇ ਨੂੰ ਸੁਰਜੀਤ ਕਰਨਾ ਹੈ। ਇਸ ਆਤਮਾ ਨੂੰ ਸੁਰਜੀਤ ਕਰਨ ਵਾਸਤੇ ਤੇ ਇਹ ਜਨਮ ਮਿਲਿਆ ਹੈ, ਤਾਂ ਕਿ ਇਸ ਜਨਮ ਦੇ ਅੰਦਰ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿਲ ਸਕੀਏ, ਸਾਡੀ ਇਕਸੁਰਤਾ ਹੋ ਸਕੇ, ਇੱਕ ਮਿਕਤਾ ਹੋ ਸਕੇ। ਪਰ ਹੁੰਦਾ ਇਸ ਦੇ ਉਲਟ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਹਨ ਕਿ ਮੈਂ ਤਾਣਾ ਬੁਣਨਾ ਛੱਡਿਆ ਨਹੀਂ, ਮੈਂ ਛੜਯੰਤਰ ਛੱਡ ਦਿੱਤਾ ਹੈ। ਗੁਰੂ ਪਿਆਰ ਵਾਲਿਓ, ਅਸੀਂ ਵੀ ਛੜਯੰਤਰ ਦਾ ਤਿਆਗ ਕਰਨਾ ਹੈ। ਸਾਡੇ ਘਰਾਂ ਵਿੱਚ ਛੜਯੰਤਰ ਹੁੰਦੇ ਹਨ, ਘਰਾਂ 'ਚ ਪਾਰਟੀਬਾਜ਼ੀ ਚੱਲਦੀ ਹੈ। ਇਹਨਾਂ ਚੀਜ਼ਾਂ ਤੋਂ ਦੂਰ ਜਾਣਾ ਹੈ ਅਸੀਂ। ਦੇਖੋ, ਬਾਣੀ ਕੋਈ ਆਕਾਸ਼ 'ਤੇ ਰਹਿਣ ਵਾਲੇ ਫਰਿਸ਼ਤਿਆਂ ਵਾਸਤੇ ਨਹੀਂ, ਜਾਂ ਪਤਾਲ ਵਿੱਚ ਰਹਿਣ ਵਾਲੇ ਜੀਵਾਂ ਵਾਸਤੇ ਨਹੀਂ। ਬਾਣੀ ਸਾਡੇ ਵਾਸਤੇ ਹੈ, ਮੇਰੇ ਵਾਸਤੇ ਹੈ, ਤੁਹਾਡੇ ਵਾਸਤੇ ਹੈ, ਸਾਡੇ ਸਾਰਿਆਂ ਵਾਸਤੇ ਹੈ। ਬਾਣੀ ਸਾਡੇ ਜੀਵਨ ਨੂੰ ਬਦਲਦੀ ਹੈ, ਸਾਡੇ ਜੀਵਨ ਨੂੰ ਚੇਂਜ ਕਰਦੀ ਹੈ। ਜੀਵਨ ਦੇ ਅੰਦਰ ਬਦਲਾਵ ਆਉਣਾ ਚਾਹੀਦਾ ਹੈ ਬਾਣੀ ਸੁਣ ਕੇ। ਜੇ ਬਦਲਾਵ ਨਹੀਂ ਆਇਆ ਫਿਰ ਕੀ ਫਾਇਦਾ ਬਾਣੀ ਸੁਣਨ ਦਾ। ਸਾਡੇ ਜੀਵਨ ਦੇ ਅੰਦਰ ਬਦਲਾਵ ਚਾਹੀਦਾ ਹੈ। ਜਦ ਤੱਕ ਬਦਲਾਵ ਨਹੀਂ ਆਏਗਾ ਤਦ ਤੱਕ ਅਸੀਂ ਧਰਮ ਦੀ ਦੁਨੀਆ ਦੇ ਅੰਦਰ ਜੀਵਤ ਨਹੀਂ ਹੋ ਸਕਾਂਗੇ। ਸੋਦਰ ਦਾ ਪਾਠ ਹਰ ਰੋਜ਼ ਤੁਸੀਂ ਪੜ੍ਹਦੇ ਹੋ, ਦੇਖੋ ਕੀ ਕਹਿੰਦੇ ਸੋਦਰ ਸਾਹਿਬ, ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਹੇ ਵਾਹਿਗੁਰੂ ਮੈਂ ਤੇਰਾ ਨਾਮ ਆਖਦਾ ਹਾਂ, ਭਾਵ ਜਦੋਂ ਮੈਂ ਸਿਧਾਂਤਕ ਜੀਵਨ ਜੀਂਦਾ ਹਾਂ। ਆਖਾਂ ਜੀਵਾਂ ਦਾ ਭਾਵ ਕੇਵਲ ਇਹੀ ਨਹੀਂ ਕਿ ਸਵੇਰੇ ਸ਼ਾਮ ਨਿਤਨੇਮ ਵੀ ਕਰ ਲਿਆ, ਦੁਕਾਨ ਤੇ ਬੈਠ ਕੇ ਝੂਠ ਵੀ ਬੋਲਿਆ, ਇਹ ਭਾਵ ਨਹੀਂ ਹੈ। ਨਹੀਂ, ਨਿਤਨੇਮ ਤੁਹਾਡੇ ਨਾਲ ਟਰੈਵਲ ਕਰਨਾ ਚਾਹੀਦਾ ਹੈ। ਗੁਰੂ ਪਿਆਰ ਵਾਲਿਓ, ਜਦੋਂ ਤੁਸੀਂ ਸਵੇਰੇ 5 ਬਾਣੀਆਂ ਨਿਤਨੇਮ ਸੁਣ ਕੇ ਜਾਂਦੇ ਹੋ, ਸ਼ਾਮੀ ਸੋਦਰ ਰਹਿਰ ਸਾਹਿਬ ਦਾ ਪਾਠ ਕਰਦੇ ਹੋ, ਸੌਣ ਲੱਗੇ ਕੀਰਤਨ ਸੋਲੇ ਦਾ ਜਾਪ ਕਰਦੇ ਹੋ, ਇਹ ਜਾਪ ਤੁਹਾਡੇ ਨਾਲ ਟਰੈਵਲ ਕਰਨਾ ਚਾਹੀਦਾ ਹੈ, ਤੁਹਾਡੇ ਨਾਲ ਜਾਣਾ ਚਾਹੀਦਾ ਹੈ। ਸਤਿਗੁਰ ਕਹਿੰਦੇ ਕਾਰਜ ਕਾਮ ਬਾਟ ਘਾਟ ਜਪੀਜੇ, ਹਰ ਜਗ੍ਹਾ ਤੇ ਨਾਮ ਤੁਹਾਡੇ ਨਾਲ ਚੱਲਣਾ ਚਾਹੀਦਾ ਹੈ। ਗੁਰਦੇਵ ਕਹਿੰਦੇ ਗੁਰਮੁਖ ਰੋਮ ਰੋਮ ਹਰਿ ਧਿਆਵੇ, ਗੁਰਮੁਖ ਦਾ ਰੋਮ ਰੋਮ ਪ੍ਰਮਾਤਮਾ ਨੂੰ ਧਿਆਉਂਦਾ ਹੈ ਤਾਂ ਮਨੁੱਖ ਜਿੰਦਾ ਹੈ, ਅਨਿਆਥਾ ਮਨੁੱਖ ਡੈਡ ਬਾਡੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ ਹੈ ਪ੍ਰਭੂ। ਜਦੋਂ ਤੇਰੀ ਯਾਦ ਮੈਨੂੰ ਭੁੱਲ ਜਾਂਦੀ ਹੈ, ਉਦੋਂ ਮੈਂ
ਆਤਮਿਕ ਤੌਰ 'ਤੇ ਮਰ ਜਾਂਦਾ ਹਾਂ। ਸਰੀਰਕ ਤੌਰ 'ਤੇ ਜੀਣ ਦੇ ਕੋਈ ਬਹੁਤ ਜ਼ਿਆਦਾ ਮਾਇਨੇ ਨਹੀਂ ਹਨ, ਮਾਇਨੇ ਹਨ ਆਤਮਿਕ ਤੌਰ 'ਤੇ ਜੀਣ ਦੇ। ਜਿੱਦਣ ਹਰ ਇਨਸਾਨ ਆਤਮਿਕ ਤੌਰ 'ਤੇ ਜੀਣ ਲੱਗ ਪਵੇਗਾ, ਉਦਣ ਇਹ ਸੰਸਾਰ ਜੋ ਹੈ ਕਿਸੇ ਹੋਰ ਸਵਰਗ ਦੀ ਸਾਨੂੰ ਲੋੜ ਨਹੀਂ ਪਏਗੀ। ਵੈਸੇ ਗੁਰਬਾਣੀ ਕਿਸੇ ਹੋਰ ਸਵਰਗ ਦੀ ਗੱਲ ਕਰਦੀ ਨਹੀਂ। ਕਵਨ ਸੁਰਗ ਕਿਆ ਕਵਨ ਨਰਕ ਵਿਚਾਰਾ, ਸੰਤਨ ਦਉ ਰਾਧੇ, ਹਮ ਕਾਹੂ ਕੀ ਕਾਣ ਨ ਕੱਟਤੇ ਆਪਣੇ ਗੁਰ ਪ੍ਰਸਾਦੇ। ਗੁਰਬਾਣੀ ਕਹਿੰਦੀ ਹੈ ਕੋਈ ਸਵਰਗ ਨਹੀਂ ਹੈ, ਕੋਈ ਨਰਕ ਨਹੀਂ ਹੈ। ਸਵਰਗ ਗੁਰੂ ਦੀ ਚਰਨਾਂ ਵਿੱਚ ਹੈ। ਤਹਾਂ ਬੈਕੁੰਠ ਜਾਂ ਕੀਰਤਨ ਤੇਰਾ, ਗੁਰੂ ਦੇ ਕੋਲ ਹੈ ਸਵਰਗ। ਗੁਰੂ ਤੋਂ ਦੂਰ ਜਾਓ ਤੇ ਨਰਕ ਹੈ। ਤੁਦੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਇਹ ਵਾਹਿਗੁਰੂ ਜਿਹੜੇ ਤੇਰੀ ਯਾਦ ਭੁਲਾ ਦਿੰਦੇ ਹਨ, ਉਹਨਾਂ ਦੇ ਵਾਸਤੇ ਜੀਵਨ ਨਰਕ ਹੀ ਹੈ। ਸਵਰਗ ਗੁਰੂ ਦੀ ਗੋਦ ਵਿੱਚ ਹੈ। ਇਸ ਲਈ ਗੁਰੂ ਪਿਆਰ ਵਾਲਿਓ, ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ। ਬਾਣੀ ਨੂੰ ਕੇਵਲ ਪੜ੍ਹਨ ਤੱਕ ਹੀ ਸੀਮਤ ਨਾ ਰੱਖੀਏ। ਬਾਣੀ ਸਾਡੇ ਨਾਲ ਤੁਰੇ। ਜਿਸ ਤਰ੍ਹਾਂ ਸਾਡਾ ਸਰੀਰ ਤੁਰਦਾ ਹੈ, ਸਾਡਾ ਪਰਛਾਵਾਂ ਤੁਰਦਾ ਹੈ, ਇਸ ਤਰ੍ਹਾਂ ਵਿਚਾਰ ਰੂਪ ਦੇ ਵਿੱਚ ਬਾਣੀ ਸਾਡੇ ਨਾਲ ਤੁਰੇ। ਤੇ ਫਿਰ ਜਦੋਂ ਐਸਾ ਹੋਵੇਗਾ, ਫਿਰ ਇਹ ਸੰਸਾਰ ਜੋ ਹੈ ਸਵਰਗ ਬਣ ਜਾਵੇਗਾ। ਇਸ ਸੰਸਾਰ ਦੇ ਅੰਦਰ ਕੋਈ ਵੀ ਦੁਖੀ ਨਹੀਂ ਹੋਏਗਾ। ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਇਸ ਕਰਕੇ ਕੀਤੀਆਂ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਇਸ ਕਰ ਬੈਠੇ ਸਨ ਕਿ ਸੰਸਾਰ ਸੁਖੀ ਹੋਵੇ। ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 4 ਪੁੱਤਰ ਇਸ ਕਰਕੇ ਵਾਰ ਦਿੱਤੇ ਸਨ ਕਿ ਸੰਸਾਰ ਸੁਖੀ ਹੋਵੇ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਧੀਮ ਦਾ ਸਰਾਣਾ ਲੈ ਕੇ ਤਾਂ ਸੁੱਤੇ ਸਨ ਕਿ ਸੰਸਾਰ ਸੁਖੀ ਹੋਵੇ। ਸਾਨੂੰ ਇੱਕ ਸਿਧਾਂਤ ਦਿੱਤਾ, ਇੱਕ ਫਿਲਾਸਫੀ ਦਿੱਤੀ, ਆਈਡੀਓਲੋਜੀ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦਿੱਤੇ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕਰਕੇ ਆਪਣੇ ਜੀਵਨ ਨੂੰ ਸੁਖਮਈ ਬਣਾ ਸਕੀਏ। ਪਰ ਅਸੀਂ ਪਦਾਰਥਵਾਦ ਦੇ ਵਿੱਚ ਪੈ ਗਏ। ਠੀਕ ਹੈ, ਰੋਟੀ ਕੱਪੜਾ ਮਕਾਨ ਚਾਹੀਦਾ ਹੈ, ਇਹਦੇ ਵਾਸਤੇ ਕਰਮ ਕਰੋ, ਪਰ ਲੋਭ ਲਾਲਚ ਤੋਂ ਉੱਪਰ ਉੱਠ ਕੇ, ਕਾਮਨਾਵਾਂ ਵਾਸ਼ਨਾਵਾਂ ਤੋਂ ਉੱਪਰ ਉੱਠ ਕੇ। ਸਾਡੇ ਸਮਾਜ ਦੀ ਐਸੀ ਹਾਲਤ ਨਹੀਂ ਹੈ। ਐਸੀ ਹਾਲਤ ਚਾਹੀਦੀ ਹੈ ਤਾਂ ਬਾਬਾ ਕਬੀਰ ਜੀ ਕਹਿੰਦੇ ਹਨ, ਕੋਈ ਇੱਕ ਅੱਧਾ ਹੈ ਜੋ ਜੀਵਤ ਮ੍ਰਿਤਕ ਹੋਏ, ਜੋ ਪਦਾਰਥਵਾਦ ਵੱਲੋਂ ਮਰਿਆ ਹੋਇਆ ਹੈ, ਜਿਸਨੇ ਪਦਾਰਥਾਂ 'ਤੇ ਕੰਟਰੋਲ ਕੀਤਾ ਹੋਇਆ ਹੈ, ਜੋ ਇਹ ਕਹਿੰਦਾ ਹੈ ਕਿ ਮੈਂ ਕਿਸੇ ਦਾ ਹੱਕ ਨਹੀਂ ਖਾਣਾ, ਜੋ ਗੁਰੂ ਬਾਬੇ ਦੇ ਬਚਨਾਂ ਨੂੰ ਯਾਦ ਰੱਖਦਾ ਹੈ। ਹੱਕ ਪਰਾਇਆ ਨਾਨਕਾ ਉਸ ਸੁਰ ਸੁਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਕੋਈ ਵਿਰਲਾ ਹੈ ਜੋ ਇਸ ਬਾਤ ਨੂੰ ਯਾਦ ਰੱਖਦਾ ਹੈ। ਕੋਈ ਵਿਰਲਾ ਹੈ ਜੋ ਜੱਤ ਤੇ ਸੱਤ ਦੀ ਰਖਵਾਲੀ ਕਰਦਾ ਹੈ। ਕੋਈ ਵਿਰਲਾ ਹੈ ਜੋ ਹੇਰਾਫੇਰੀ ਨਹੀਂ ਕਰਦਾ, ਬੇਈਮਾਨੀ ਨਹੀਂ ਕਰਦਾ। ਇਸ ਕਰਕੇ ਕਹਿੰਦੇ ਕਿ ਕੋਈ ਵਿਰਲਾ ਹੈ ਜੋ ਜੀਵਤ ਮ੍ਰਿਤਕ ਹੋਏ, ਜੋ ਜਿੰਦਾ ਹੋਇਆ ਪਦਾਰਥਾਂ ਵੱਲੋਂ ਮਰਿਆ ਹੋਇਆ ਹੈ। ਔਰ ਨਿਰਭੈ ਹੋਇ ਕੈ ਗੁਣ ਰਵੈ, ਜਤ ਪੇਖੋਂ ਤਤ ਸੋਈ। ਨਿਰਭੈ ਤੋਂ ਭਾਵ ਨਿਡਰ ਹੋ ਕੇ, ਭਾਵ ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਡਰ ਦੇ। ਹੁਣ ਇਹਦੀ ਉਦਾਹਰਣ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ। ਤਤੀ ਤਵੀ ਤੇ ਬੈਠ ਗਏ ਹਨ, ਕਿਸੇ ਲਾਲਚ ਵਿੱਚ ਨਹੀਂ ਆਏ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੂੰ ਹੋਰਾਂ ਦੇ ਡੋਲਿਆਂ ਦੇ ਲਾਲਚ ਦਿੱਤੇ ਗਏ, ਜਿਨ੍ਹਾਂ ਨੂੰ ਧਨ ਦੌਲਤ ਦੇ ਲਾਲਚ ਦਿੱਤੇ ਗਏ, ਪਰ ਨਹੀਂ, ਉਹ ਕਹਿੰਦੇ ਨਹੀਂ, ਸਾਨੂੰ ਕੁਝ ਨਹੀਂ ਚਾਹੀਦਾ। ਅਸੀਂ ਆਪਣੀ ਆਤਮਾ ਨੂੰ ਸੁਰਜੀਤ ਰੱਖਣਾ ਹੈ, ਆਪਣੀ ਆਤਮਾ ਨੂੰ ਬੁਲੰਦ ਰੱਖਣਾ ਹੈ। ਇਹ ਹੈ ਨਿਰਭੈ ਹੋਣਾ। ਨਿਰਭੈ ਹੋ ਕੇ ਸਿਧਾਂਤ ਤੇ ਅੜੇ ਰਹਿਣਾ। ਨਿਰਭੈ ਹੋਏ ਕਿਆ ਗੁਣ ਰਵੈ, ਜਤ ਪੇਖੋਂ ਤਤ ਸੋਏ। ਫਿਰ ਐਸੀ ਦ੍ਰਿਸ਼ਟੀ ਮਿਲਦੀ ਹੈ ਜਦੋਂ ਨਿਡਰ ਹੋ ਕੇ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ। ਫਿਰ ਉਹਦਾ ਜੋ ਵਿਜ਼ਨ ਹੈ, ਜੋ ਦ੍ਰਿਸ਼ਟੀ ਹੈ, ਉਹ ਯੂਨੀਵਰਸਲ ਹੋ ਜਾਂਦੀ ਹੈ, ਕੋਸਮੋਪੋਲਿਟਨ ਹੋ ਜਾਂਦੀ ਹੈ। ਭਾਵ ਉਹਨੂੰ ਹਰ ਜਗ੍ਹਾ 'ਤੇ ਪਰਮਾਤਮਾ ਦਿਖਦਾ ਹੈ। ਜਿੱਧਰ ਦੇਖਤਾ ਹੂੰ ਤੇਰੀ ਹੀ ਤਸਵੀਰ ਨਜ਼ਰ ਆਤੀ ਹੈ। ਉਹਨੂੰ ਫਿਰ ਘਟ ਘਟ ਦੇ ਵਿੱਚ ਪਰਮਾਤਮਾ ਦਿਖਦਾ ਹੈ। ਗੁਰੂ ਪਿਆਰ ਵਾਲਿਓ, ਅਸੀਂ ਜੀਵਣਾ ਹੈ ਸਿਧਾਂਤਾਂ ਦੇ ਵਿੱਚ। ਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਦੀ ਬਾਣੀ ਅਸੀਂ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਕਿ ਸਾਡਾ ਆਉਣ ਵਾਲਾ ਜੀਵਨ ਸੁਖਮਈ ਹੋ ਸਕੇ। ਅਸੀਂ ਆਪ ਵੀ ਸੁਖੀ ਹੋਈਏ ਅਤੇ ਦੂਸਰਿਆਂ ਨੂੰ ਵੀ ਸੁਖ ਦਈਏ। ਸਤਿਗੁਰ ਰਹਿਮਤ ਕਰਨ। ਹੋਈਆਂ ਬੇਅੰਤ ਭੁੱਲਾਂ ਲਿਖੇਵਾਂ। ਮਾਨ ਸਨਮਾਨ ਲਈ ਹਾਰਦਿਕ ਧੰਨਵਾਦ। ਜੁਗੋ ਜੁਗ ਅਟਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ
ਕੋਟਾਨ ਕੋਟ ਧੰਨਵਾਦ ਕਰਦੇ ਹੋਏ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।